ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਇਮੈਜਿਨ ਕਰੋ ਇੱਦਾਂ ਦੀ ਦੁਨੀਆ ਜਿਹਦੇ ਵਿੱਚ ਲੜਾਈਆਂ ਝਗੜੇ ਨਾ ਹੋਣ, ਜਿਹਦੇ ਵਿੱਚ ਕੋਈ ਵੀ ਯੁੱਧ ਨਾ ਹੋਵੇ, ਜਿਹਦੇ ਵਿੱਚ ਸਭ ਖੁਸ਼ਹਾਲੀ ਹੋਵੇ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ, ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਕੋਈ ਬਿਮਾਰੀ ਨਾ ਹੋਵੇ, ਕੋਈ ਗਰੀਬੀ ਨਾ ਹੋਵੇ, ਕੋਈ ਭੁੱਖਮਰੀ ਨਾ ਹੋਵੇ। ਮਤਲਬ ਇੱਦਾਂ ਦੀ ਦੁਨੀਆ ਧਰਤੀ ਦੇ ਉੱਤੇ ਸਵਰਗ ਹੋਵੇ। ਪੋਸੀਬਲ ਹੈ? ਦੇਖੋ, ਲੱਗਦਾ ਤਾਂ ਨਹੀਂ ਪੋਸੀਬਲ ਹੈ, ਪਰ ਪੋਸੀਬਲ ਬਣਾਇਆ ਜਾ ਸਕਦਾ, ਕਿਉਂਕਿ ਕਹਿੰਦੇ ਨੇ ਕਿ ਕੁਝ ਵੀ ਚੀਜ਼ ਪਰਫੈਕਟ ਨਹੀਂ ਹੁੰਦੀ, ਉਹਨੂੰ ਪਰਫੈਕਟ ਬਣਾਉਣਾ ਪੈਂਦਾ। ਤਾਂ ਫਿਰ ਜਦੋਂ ਪਰਫੈਕਟ ਬਣਾਉਣ ਦੀ ਗੱਲ ਹੋਵੇ ਤਾਂ ਸਾਰੇ ਜਾਣੇ ਦੇਖਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲ। ਬਈ ਦੁਨੀਆ ਦੀ ਨੰਬਰ 1 ਪਾਵਰ ਹੈ, ਤਾਂ ਇਹ ਮੁਲਕ ਸਾਰੀ ਦੁਨੀਆ ਨੂੰ ਖੁਸ਼ਹਾਲੀ ਦੇਵੇਗਾ। ਬਟ ਲਿਮਿਟਸ ਨੇ ਬਾਈ, ਹਰ ਚੀਜ਼ ਦੀਆਂ ਲਿਮਿਟਸ ਨੇ, ਕਿਉਂਕਿ ਹਰ ਦੇਸ਼ ਆਪਣੀ ਆਪਣੀ ਤਰ੍ਹਾਂ ਨਾਲ ਆਪਣੀ ਗਵਰਨਮੈਂਟ ਚਲਾਉਂਦਾ। ਤਾਂ ਫਿਰ ਕੌਣ ਇਹ ਗੱਲ ਮੰਨਦਾ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਗੱਲ ਸਾਰੇ ਮੰਨ ਲੈਣ? ਕਿਉਂਕਿ ਕਿਤੇ ਨਾ ਕਿਤੇ ਤਾਂ ਅੜਿੱਕਾ ਖੜਾ ਹੋਏਗਾ। ਮੰਨ ਲਓ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲੋਂ ਇਹ ਕੋਸ਼ਿਸ਼ ਜਾਰੀ ਕੀਤੀ ਜਾਂਦੀ ਹੈ ਕਿ ਪੂਰੀ ਦੁਨੀਆ ਦੇ ਉੱਤੇ ਆਪਾਂ ਸਵਰਗ ਬਣਾ ਦਈਏ, ਪਰ ਜਿਹੜੇ ਅੜਿੱਕਾ ਪਾਉਣ ਵਾਲੇ ਨੇ, ਹੈ ਨਾ ਖੇਡਣਾ ਹੈ ਨਾ ਖੇਡਣ ਦੇਣਾ, ਉਹ ਇੱਦਾਂ ਦੇ ਹਿਸਾਬ ਵਾਲੇ ਵੀ ਹੁੰਦੇ ਨੇ। ਸੋ ਹੁਣ ਦ ਮੋਸਟ ਇੰਪੋਰਟੈਂਟ ਜੌਬ ਪ੍ਰੈਜ਼ੀਡੈਂਟ ਆਫ ਅਮਰੀਕਾ ਕਿਹਨਾਂ ਕੋਲ ਜਾ ਰਹੀ ਹੈ? ਡੋਨਲਡ ਟਰੰਪ ਕੋਲ। 2.0 ਹੁਣ ਸਾਰੀ ਦੁਨੀਆ ਇਸ ਗੱਲ ਦੇ ਉੱਤੇ ਬਹਿਸ ਕਰਦੀ ਪਈ ਹੈ, ਗੈਸ ਵੀ ਕਰਦੀ ਪਈ ਆ, ਜਾਂ ਕਈ ਲੋਕ ਸ਼ਿਓਰ ਹੁੰਦੇ ਪਏ ਨੇ ਫੈਕਟ ਚੈੱਕ ਕਰਕੇ ਕਿ ਇਹ ਕਿੱਦਾਂ ਦਾ ਹੋਏਗਾ 2.0 ਸਾਰੀ ਦੁਨੀਆ ਵਾਸਤੇ। ਕਿਉਂਕਿ ਇੱਕ ਨਾ ਮਤਲਬ ਸਸਪੈਂਸ ਜੀ ਬਣੀ ਹੋਈ ਹੈ। ਤੁਸੀਂ ਦੇਖੋ, ਜਿਹੜੀ ਫਿਲਮ ਦੇ ਵਿੱਚ ਸਸਪੈਂਸ ਹੋਵੇ ਉਹ ਫਿਲਮ ਚੱਲਦੀ ਬਹੁਤ ਹੈ। ਜਦੋਂ ਲੋਕਾਂ ਨੂੰ ਆਖਰੀ ਮੋਮੈਂਟ ਤੱਕ ਇਹ ਨਹੀਂ ਪਤਾ ਹੁੰਦਾ ਕਿ ਬਈ ਕਿਹਨੇ ਕੀ ਕਰਨਾ ਹੈ ਅਤੇ ਇਹਦਾ ਕਲਾਈਮੈਕਸ ਕੀ ਹੋਣਾ ਅਤੇ ਰਿਜ਼ਲਟ ਕੀ ਹੋਣਾ। ਸੋ ਇੱਦਾਂ ਦੀ ਫਿਲਮ ਬੜੀ ਚੱਲਦੀ ਆ। ਸੋ ਇਹ ਵੀ ਇੱਕ ਇੱਦਾਂ ਦੀ ਫਿਲਮ ਬਣੀ ਹੋਈ ਹੈ ਕਿ ਡੋਨਲਡ ਟਰੰਪ ਨੇ ਜਨਵਰੀ 2025 ਵਿੱਚ ਆਉਣ ਤੋਂ ਬਾਅਦ ਕਰਨਾ ਕੀ ਆ। ਪੂਰੀ ਦੁਨੀਆ ਅੰਦਾਜ਼ੇ, ਹਰ ਮੁਲਕ ਆਪਣੇ ਆਪਣੇ ਅੰਦਾਜ਼ੇ, ਬਈ ਸਾਡੇ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਿਲੇਸ਼ਨਸ ਕਿੱਦਾਂ ਦੇ ਨੇ, ਸਾਡੇ ਨਾਲ ਕਿੱਦਾਂ ਦੇ ਨੇ, ਸਾਡੇ ਆਪਸ 'ਚ ਕੀ ਸੰਬੰਧ ਨੇ, ਫੋਰਨ ਪਾਲਿਸੀ ਕੀ ਹੈ, ਤਮਾਮ ਤਰ੍ਹਾਂ ਦੀਆਂ ਗੱਲਾਂ, ਟ੍ਰੇਡ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ। ਕਿਉਂਕਿ ਜ਼ਰੂਰੀ ਆ, ਕਿਉਂਕਿ ਇੱਕ ਤਾਕਤਵਰ ਬੰਦੇ ਨਾਲ ਹਰ ਇਨਸਾਨ ਦੋਸਤੀ ਕਰਨਾ ਚਾਹੁੰਦਾ। ਹਰ ਮੁਲਕ ਯੂਨਾਈਟਿਡ ਸਟੇਟਸ ਆਫ ਅਮਰੀਕਾ ਨਾਲ ਦੋਸਤੀ ਕਰਨਾ ਚਾਹੁੰਦਾ। ਸੋ ਇਸ ਕਰਕੇ ਦੇਖ ਰਹੇ ਨੇ ਕਿ ਜੋ ਡੋਨਲਡ ਟਰੰਪ ਜਿੱਤੇ ਨੇ, ਤਾਂ ਉਹਨਾਂ ਦੀ ਜਿੱਤ ਸਾਰਿਆਂ ਨੂੰ ਰਾਸ ਆਊਗੀ ਕਿ ਨਹੀਂ, ਸਾਰੇ ਮੁਲਕਾਂ ਵਾਸਤੇ ਕਿੱਦਾਂ ਦੀ ਰਹੇਗੀ ਡੋਨਲਡ ਟਰੰਪ ਦੀ ਜਿੱਤ। ਉਡੀਕ ਕਰਦੇ ਪਏ ਨੇ ਜਨਵਰੀ 2025 ਦੀ। ਦੇਖੋ ਫਿਰ ਕੀ ਖੁੱਲ੍ਹਦਾ 2025 ਦੇ ਵਿੱਚ, ਜਨਵਰੀ ਦੇ ਵਿੱਚ। ਇਸ ਵਕਤ ਪੂਰੀ ਦੁਨੀਆ ਦੇ ਵਿੱਚ ਇਕੋਨਮੀ ਦਾ ਜੋ ਹਾਲ ਹੈ, ਪੂਰੀ ਦੁਨੀਆ ਦੀ ਇਕੋਨਮੀ ਦੀ GDP ਦਾ ਜੋ ਹਾਲ ਹੈ, ਅਸੀਂ ਸਾਰੇ ਜਾਣਦੇ ਹਾਂ। ਔਰ ਪੂਰੀ ਦੁਨੀਆ ਦੇ ਵਿੱਚ ਜੋ ਵਾਰਸ ਚੱਲਦੀਆਂ ਪਈਆਂ ਨੇ, ਕਨਫਲਿਕਟਸ ਚੱਲਦੇ ਪਏ ਨੇ, ਉਹ ਵੀ ਅਸੀਂ ਜਾਣਦੇ ਹਾਂ। ਔਰ ਉਹਦੇ ਉੱਤੇ ਵੀ ਲਗਾਤਾਰ ਗੱਲਬਾਤ ਹੁੰਦੀ ਹੈ। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜਿਹੜੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਇੱਕ ਮੁੱਦਾ ਜੋ ਬੜਾ ਭਖਿਆ ਹੋਇਆ ਹੈ ਔਰ ਸਾਰੇ ਜਣੇ ਇਹਦਾ ਜਵਾਬ ਲੱਭਣ ਲੱਗੇ ਪਏ ਨੇ ਕਿ ਡੋਨਲਡ ਟਰੰਪ ਅਮਰੀਕਾ ਨੂੰ ਕਿੱਦਾਂ ਟਰਾਂਸਫਾਰਮ ਕਰਨਗੇ। ਡੋਨਲਡ ਟਰੰਪ ਅਮਰੀਕਾ ਦਾ ਕਿਹੜਾ ਨਵਾਂ ਰੂਪ ਘੜਨ ਲੱਗੇ ਨੇ, ਜਿਹੜਾ ਅੱਜ ਤੋਂ ਪਹਿਲਾਂ ਕਦੀ ਘੜਿਆ ਨਹੀਂ ਗਿਆ, ਜਾਂ ਇਹ ਸਿਰਫ ਗੱਲਾਂ ਨੇ, ਪਬਲਿਸਿਟੀ ਸਟੰਟ, ਪੋਲੀਟੀਕਲ ਸਟੰਟ, ਮਾਰਕੀਟਿੰਗ। ਕਿਉਂਕਿ ਡੋਨਲਡ ਟਰੰਪ ਮਾਰਕੀਟਿੰਗ ਦੇ ਕਿੰਗ ਨੇ, ਇਹ ਸਾਰੇ ਐਕਸਪਰਟਸ ਮੰਨਦੇ ਨੇ। ਤੇ ਕਿਤੇ ਇਹ ਵੀ ਤਾਂ ਮਾਰਕੀਟਿੰਗ ਨਹੀਂ ਹੈ, ਇਹ ਰਿਐਲਿਟੀ ਕਿਤੇ ਇਹ ਨਾ ਨਿਕਲੇ ਕਿ ਬਸ ਗੱਲਾਂ ਹੀ ਨੇ, ਅਸਲ ਵਿੱਚ ਤਾਂ ਕੁਝ ਵੀ ਨਹੀਂ। ਉਹੀ ਚੀਜ਼ ਜੋ ਪਹਿਲਾਂ ਚੱਲਦੀ ਆ ਰਹੀ ਹੈ ਉਹੀ ਅੱਗੇ ਚੱਲਣੀ ਆ, ਕੁਝ ਨਵਾਂ ਨਹੀਂ। ਬਟ ਇੱਦਾਂ ਦਾ ਵੀ ਨਹੀਂ ਆ। ਜਿੱਦਾਂ ਦੇ ਪ੍ਰੋਮਿਸ ਉਹਨਾਂ ਨੇ ਕੀਤੇ, ਜਿੱਦਾਂ ਦੀ ਗੱਲਬਾਤ ਉਹਨਾਂ ਨੇ ਕੀਤੀ ਆ ਆਪਣੀ ਇਲੈਕਸ਼ਨ ਕੈਂਪੇਨਸ ਦੇ ਵਿੱਚ, ਉਹਦਾ ਟੋਟਲੀ ਡਿਫਰੈਂਟ ਆ। ਖਾਸ ਕਰਕੇ ਡਿਪੋਰਟੇਸ਼ਨ, ਇਹਨਾਂ ਕਹਿਣ ਲੱਗੇ ਵੀ ਡਰ ਲੱਗਦਾ ਵੀ ਇੰਨੇ ਜਾਣੇ ਬਾਹਰ ਕੱਢ ਦੇਣੇ ਨੇ। 1.30 ਕਰੋੜ, ਇਹ ਤਾਂ ਬਹੁਤ ਲੰਬੀ ਜਨਸੰਖਿਆ। ਇਹਨਾਂ ਨੂੰ ਕੱਢਣਾ ਕਿਵੇਂ ਹੈ? ਸ਼ਿਪ ਵਿੱਚ ਬਿਠਾ ਕੇ ਭੇਜਣਾ ਕਿ ਬੋਟਸ ਵਿੱਚ ਬਿਠਾ ਕੇ ਭੇਜਣਾ ਕਿ ਐਰੋਪਲੇਨ ਬੁੱਕ ਕਰਨਾ ਪੈਣਾ? ਕਰਨਾ ਕੀ ਹੈ? ਕਿੱਥੇ ਕਿੱਥੇ ਭੇਜਣਾ? ਕਿੰਨਾ ਟਾਈਮ ਲੱਗ ਜੂਗਾ ਇਹਨਾਂ ਨੂੰ ਭੇਜਣ ਦੇ ਵਿੱਚ? ਮਤਲਬ ਇਹ ਖਲੇਰਾ ਜਿਹੜਾ ਪਿਆ ਹੋਇਆ, ਇਹਨੂੰ ਸਾਂਭਣਾ ਕਿਵੇਂ ਆ? ਕਿਉਂਕਿ ਗੱਲ ਬਹੁਤ ਵੱਡੀ ਹੈ, ਗੱਲ ਕੋਈ ਛੋਟੀ ਨਹੀਂ ਹੈ। ਔਰ ਇਹਦੇ ਨਾਲ ਨਾਲ ਜਿਹੜੇ ਬਾਕੀ ਦੇ ਹੋਰ ਸਿਸਟਮ ਸੰਭਾਲਣੇ ਨੇ, ਟੈਕਸ ਕੱਟਸ। ਹੁਣ ਜੇ ਟੈਕਸ ਕੱਟਸ ਹੁੰਦੇ ਨੇ, ਉਹਦੇ ਵਾਸਤੇ ਇਕੋਨਮੀ ਨੂੰ ਤਿਆਰ ਕਿਵੇਂ ਕਰਨਾ?
ਉਹ ਸਾਰੇ ਬੰਦੋਬਸਤ ਕਿਵੇਂ ਕਰਨੇ ਨੇ, ਜੋ ਫਾਈਨੈਂਸ਼ੀਅਲ ਸੋਰਸਿਸ ਨੇ ਉਹਨਾਂ ਨੂੰ ਐਲੋਕੇਟ ਕਿਵੇਂ ਕਰਨਾ ਹੈ, ਫਿਰ ਪ੍ਰੈਕਟੀਕਲੀ ਉਹਨਾਂ ਨੂੰ ਕੰਮ ਕਿਵੇਂ ਕਰਵਾਉਣਾ ਹੈ, ਕਿਉਂਕਿ ਉਹ ਸਾਰੇ ਫੈਕਟਰਸ ਜਿਹੜੇ ਨੇ ਜਦੋਂ ਤੱਕ ਉਹ ਕੰਮ ਨਹੀਂ ਕਰਨਗੇ ਉਦੋਂ ਤੱਕ ਇਹ ਗੱਲ ਰਹਿ ਜਾਂਦੀ ਆ, ਉਦੋਂ ਤੱਕ ਤੇ ਇਹਦਾ ਕੋਈ ਮਤਲਬ ਨਹੀਂ ਬਣਦਾ। ਫਿਰ ਉਸ ਤੋਂ ਬਾਅਦ ਜੋ ਇੰਪੋਰਟ ਕਰਦਾ ਹੈ ਅਮਰੀਕਾ ਉਹਦੇ ਉੱਤੇ ਟੈਰਿਫਸ, ਕਹਿੰਦੇ ਜੀ ਟੈਰਿਫਸ ਬੜੇ ਜ਼ਬਰਦਸਤ ਲੱਗਣੇ ਨੇ। ਹੁਣ ਐਡੇ ਵੱਡੇ ਵੱਡੇ ਟੈਰਿਫਸ ਜੇ ਸ਼ੁਰੂ ਹੋ ਜਾਣਗੇ ਤੇ ਫਿਰ ਕੌਣ ਇੰਪੋਰਟ ਕਰਨਾ ਚਾਹੇਗਾ ਯੂਐਸ ਨਾਲ, ਕੌਣ ਐਕਸਪੋਰਟ ਕਰਨਾ ਚਾਹੇਗਾ, ਕਿਉਂਕਿ ਇੱਥੇ ਤਾਂ ਸਾਰਾ ਬੈਲੈਂਸ ਆਫ ਪੇਮੈਂਟਸ ਹੀ ਵਿਗੜ ਜਾਊਗਾ। ਕਿਉਂਕਿ ਇੱਕ ਤਾਂ ਡਾਲਰ ਦੇ ਵਿੱਚ ਜੇ ਭੁਗਤਾਨ ਕਰਨਾ ਤਾਂ ਕਰੰਸੀ ਵੈਲਿਊ, ਤੇ ਦੂਜਾ ਟੈਰਿਫਸ ਟੈਕਸ, ਇਹ ਤਾਂ ਡਬਲ ਕੰਮ ਹੋ ਗਿਆ, ਡਬਲ ਦਾ ਵੀ ਟ੍ਰਿਪਲ ਗੇਮ ਹੋ ਗਈ। ਇੰਨਾ ਘਾਟਾ ਕਿਹੜਾ ਸਹੂਗਾ, ਕਿਹੜਾ ਦੇਸ਼ ਸਹੂਗਾ, ਕਿਹੜੀ ਕੰਪਨੀ ਸਹੂਗੀ। ਐਕਸਪਰਟਸ ਕਹਿੰਦੇ ਨੇ ਕਿਤੇ ਆਈਸੋਲੇਟਿਡ ਨਾ ਹੋ ਕੇ ਬਹਿ ਜਾਈਏ। ਮਤਲਬ ਇਹ ਆ ਕਿ ਜਦੋਂ ਤੁਸੀਂ ਹਰ ਵੇਲੇ ਕਹਿੰਦੇ ਹੋ ਅਮਰੀਕਾ ਫਸਟ ਇਟਸ ਓਕੇ, ਪਰ ਅਗਲੇ ਨੂੰ ਵੀ ਤਾਂ ਕੁਝ ਸਮਝੋ ਨਾ ਕਿ ਅਗਲੇ ਦੀ ਵੀ ਕੋਈ ਵੈਲਿਊ ਹੈਗੀ ਆ, ਅਗਲੇ ਦਾ ਵੀ ਕੋਈ ਲੈਵਲ ਆ। ਹਮ ਹੀ ਹਮ ਹੈ ਤਾਂ ਕਿਆ ਹਮ ਹੈ, ਤੁਮ ਹੀ ਤੁਮ ਹੋ ਤਾਂ ਕਿਆ ਤੁਮ ਹੋ। ਦੋਵੇਂ ਤਰ੍ਹਾਂ ਮਿਲ ਕੇ ਕੰਮ ਕਰਨ, ਤੁਸੀਂ ਵੀ ਹੈਗੇ ਹੋ ਅਸੀਂ ਵੀ ਹੈਗੇ ਆ, ਆਓ ਮਿਲ ਜੁਲ ਕੇ ਕੰਮ ਕਰੀਏ ਜੋ ਤੁਹਾਡੇ ਫਾਇਦੇ ਦਾ ਵੀ ਹੋਵੇ ਸਾਡੇ ਫਾਇਦੇ ਦਾ ਵੀ ਹੋਵੇ, ਦੋਵਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੋਵੇ। ਹੁਣ ਜਿਹੜੀ ਡੋਨਲਡ ਟਰੰਪ ਦੀ ਇਹ ਸੋਚ ਆ ਅਮਰੀਕਾ ਫਸਟ, ਓਕੇ ਅਮਰੀਕਾ ਫਸਟ, ਹਰ ਲੀਡਰ ਵਾਸਤੇ ਆਪਣੀ ਕੰਟਰੀ ਫਸਟ ਹੁੰਦੀ ਹੈ, ਮੰਨਦੇ ਆ ਇਸ ਗੱਲ ਨੂੰ, ਪੈਟਰੀਓਟਿਜ਼ਮ ਕਹਿ ਸਕਦੇ ਆ ਇਹਨੂੰ, ਜਾਂ ਲਵ ਫॉर ਯੂਰ ਕੰਟਰੀ ਕਹਿ ਸਕਦੇ ਆ ਇਹਨੂੰ, ਕੁਝ ਵੀ। ਮਤਲਬ ਇਹਦੇ ਵਿੱਚੋਂ ਹੁਣ ਜੇ ਅਸੀਂ ਵਾਕਈ ਕੁਝ ਕੱਢਣਾ ਚਾਹੁੰਦੇ ਆ ਤਾਂ ਸਾਰੇ ਮੁਲਕਾਂ ਨੂੰ ਸਾਨੂੰ ਫਸਟ ਹੀ ਦੇਖਣਾ ਪਏਗਾ, ਕਿਉਂਕਿ ਹਰ ਬੰਦੇ ਨੂੰ ਆਪਣਾ ਮੁਲਕ ਪਿਆਰਾ ਹੈ ਔਰ ਹਰ ਬੰਦੇ ਨੂੰ ਆਪਣੀ ਚਮੜੀ ਪਿਆਰੀ ਹੈ। ਚਮੜੀ ਦਾ ਮਤਲਬ ਇਹ ਕਿ ਬਿਜ਼ਨਸ ਦੇ ਵਿੱਚ ਕੋਈ ਵੀ ਆਪਣੀ ਚਮੜੀ ਛਿਲਵਾਉਣਾ ਨਹੀਂ ਚਾਹੇਗਾ, ਉਹ ਇਹ ਚਾਹੇਗਾ ਕਿ ਤੁਸੀਂ ਵੀ ਸਾਡੇ ਨਾਲ ਉਸੇ ਤਰ੍ਹਾਂ ਹੀ ਵਰਤੋ ਜਿੱਦਾਂ ਅਸੀਂ ਐਕਸਪੈਕਟ ਕਰਦੇ ਹਾਂ। ਇਹ ਬਿਜ਼ਨਸ, ਇਹ ਟ੍ਰੇਡ ਜਿੱਦਾਂ ਚੱਲਦੇ ਆ ਰਹੇ ਨੇ, ਕਿਉਂਕਿ ਇਸ ਵਕਤ ਦੁਨੀਆ ਦੀ ਇਕਨੋਮੀ ਦੀ ਜਿਹੜੀ ਸਮੱਸਿਆ ਹੈ ਉਹਨੂੰ ਮਿਲ ਜੁਲ ਕੇ ਹੀ ਅਸੀਂ ਸੋਲਵ ਕਰ ਸਕਦੇ ਹਾਂ, ਕਿਉਂਕਿ ਇਹ ਸਭ ਦੀ ਸਾਂਝੀ ਸਮੱਸਿਆ ਹੈ। ਸੋ ਇਹ ਚੀਜ਼ਾਂ ਔਰ ਯੰਗ ਵੋਟਰਸ ਇਸ ਨੂੰ ਕਿੱਦਾਂ ਦੇਖਦੇ ਪਏ ਨੇ, ਜਾਂ ਇਕਨੋਮੀ ਨੂੰ। ਇਕਨੋਮੀ ਇਜ਼ ਦਾ ਬੇਸ, ਹਮੇਸ਼ਾ ਅਸੀਂ ਚਾਹੁੰਦੇ ਹਾਂ ਇਕਨੋਮੀ ਹੀ ਬੇਸ ਰਹਿੰਦੀ ਆ, ਕਿਉਂਕਿ ਪੈਸੇ ਧੇਲੇ ਨਾਲ ਹੀ ਸਾਰੀ ਦੁਨੀਆ ਚੱਲਣੀ ਹੈ। ਤਾਂ ਯੰਗ ਵੋਟਰਸ ਕਿੱਦਾਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਫਿਊਚਰ ਬਣਾਉਣਾ ਹੈ, ਉਹਨਾਂ ਨੇ ਆਪਣਾ ਆਉਣ ਵਾਲਾ ਕੱਲ੍ਹ ਸੰਵਾਰਨਾ ਹੈ, ਤਾਂ ਇਸ ਕਰਕੇ ਬਹੁਤ ਕੁਝ ਐਕਸਪੈਕਟ ਕਰਦੇ ਪਏ ਨੇ। ਨਾਓ ਦ ਥਿੰਗ ਇਜ਼ ਕਿ ਡੋਨਲਡ ਟਰੰਪ ਦੀ ਜਿਹੜੀ ਸੈਕਿੰਡ ਅਰਾਈਵਲ ਹੈ 2.0 4 ਸਾਲਾਂ ਬਾਅਦ, ਉਹ ਪੂਰੀ ਦੁਨੀਆ ਵਾਸਤੇ ਕੀ ਮਾਇਨੇ ਰੱਖਦੀ ਹੈ ਔਰ ਖੁਦ ਅਮਰੀਕਾ ਵਾਸਤੇ ਕੀ ਮਾਇਨੇ ਰੱਖਦੀ ਹੈ। ਅਮਰੀਕਨਸ ਵਾਸਤੇ ਕੀ ਮਾਇਨੇ ਰੱਖਦੀ ਹੈ, ਅਮਰੀਕਨਸ ਵਾਸਤੇ ਕਿੱਦਾਂ ਦੀਆਂ ਪਾਲਿਸੀਜ਼ ਬਣਨ ਜਾ ਰਹੀਆਂ ਨੇ ਜਨਵਰੀ 2025, ਕਿਉਂਕਿ ਰਿਪੋਰਟਸ ਇਹ ਮਿਲਦੀਆਂ ਪਈਆਂ ਨੇ ਕਿ ਡੋਨਲਡ ਟਰੰਪ ਆਪਣੀ ਟੀਮ ਦੇ ਨਾਲ ਪੂਰੇ ਗੱਜ ਵੱਜ ਕੇ ਲੱਗੇ ਹੋਏ ਨੇ ਔਰ ਉਹ ਬੰਦਿਆਂ ਦੀ ਵੀ ਲਿਸਟ ਤਿਆਰ ਹੋ ਰਹੀ ਹੈ ਜਿਹਨਾਂ ਨੂੰ ਸਿਲੈਕਟ ਕਰਨਾ ਹੈ ਆਪਣੀ ਪੋਲੀਟੀਕਲ ਟੀਮ ਦੇ ਵਿੱਚ, ਔਰ 4000 ਦੇ ਕਰੀਬ ਕਹਿੰਦੇ ਨੇ ਲੋਕਾਂ ਨੂੰ ਹਾਇਰ ਕਰਨਾ ਉਹਨਾਂ ਨੇ। ਜਾਂ ਵੱਡੀ ਗੇਮ ਹੈ, ਵੱਡੀ ਟੀਮ ਹੈ, ਤੇ ਫਿਰ ਵੱਡੇ ਕੰਮ ਹੀ ਹੋਣੇ ਨੇ। ਤਾਂ ਫਿਰ ਪਾਲਿਸੀਜ਼ ਕੀ ਹੋਣਗੀਆਂ ਇਹਦੇ ਉੱਤੇ ਧਿਆਨ ਹੈ। ਔਰ ਸਭ ਤੋਂ ਇੰਪੋਰਟੈਂਟ ਦੇਖੋ ਇਕਨੋਮੀ ਹੈ, ਵਾਰਸ ਨੇ, ਉਹਦਾ ਅਸਰ ਤਾਂ ਪੈਣਾ ਹੀ ਆ, ਔਰ ਉਸ ਦੇ ਨਾਲ ਨਾਲ ਸੋਸ਼ਲ ਫੈਬਰਿਕ, ਹੁਣ ਉਹ ਕਿੱਥੇ ਆ ਕੇ ਟਿਕੇਗਾ, ਡੈਮੋਕ੍ਰੇਸੀ। ਯੈਸ, ਡੈਮੋਕ੍ਰੇਸੀ ਦੇ ਉੱਤੇ ਕਿੱਦਾਂ ਦੀ ਪਾਲਿਸੀ ਬਣੇਗੀ, ਵਾਟ ਹੈਪਨਸ ਨੈਕਸਟ, ਇਹ ਸਿੱਧਾ ਸਵਾਲ ਡੈਮੋਕ੍ਰੇਸੀ ਦੇ ਉੱਤੇ ਹੁੰਦਾ ਹੈ। ਕਿਉਂਕਿ ਡੋਨਲਡ ਟਰੰਪ ਦੇ ਉੱਤੇ ਇਲਜ਼ਾਮ ਬੜੇ ਲੱਗੇ ਨੇ ਡੈਮੋਕ੍ਰੇਸੀ ਨੂੰ ਲੈ ਕੇ ਕਿ ਉਹ ਡੈਮੋਕ੍ਰੇਸੀ ਦੇ ਹੱਕ 'ਚ ਨਹੀਂ ਹੈ, ਹੀ ਇਜ਼ ਅਥੋਰੀਟੇਰੀਅਨ, ਆਪਣੇ ਆਪ ਨੂੰ ਬਸ ਮੈਂ ਹੀ ਮੈਂ। ਮਤਲਬ ਹੁਣ ਜੇ ਆਪਾਂ ਕਹੀਏ ਕਿ ਇਹ ਤਾਂ ਗਲਤ ਗੱਲ ਹੋਏਗੀ ਜੇ ਆਪਾਂ ਇੱਦਾਂ ਕਹਿ ਦਈਏ ਕਿ ਉਹ ਕੌਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਨੋ ਇਹ ਤਾਂ ਗਲਤ ਗੱਲ ਹੈ, ਜ਼ਰੂਰ ਮੰਨਦੇ ਨੇ, ਕਿਉਂਕਿ ਕੌਨਸਟੀਟਿਊਸ਼ਨ ਨੂੰ ਮੰਨਣਾ ਹੀ ਤੇ ਇੱਕ ਪੈਟਰੀਓਟਿਜ਼ਮ ਦੀ ਨਿਸ਼ਾਨੀ ਹੈ ਨਾ, ਤੁਹਾਡਾ ਦੇਸ਼ ਭਗਤ ਹੋਣ ਦਾ ਇੱਕ ਸਬੂਤ ਹੈ ਕਿ ਤੁਸੀਂ ਸੰਵਿਧਾਨ ਦੇ ਮੁਤਾਬਿਕ ਕੰਮ ਕਰਦੇ ਹੋ। ਇਸ ਕਰਕੇ ਸੰਵਿਧਾਨ ਨੂੰ ਜ਼ਰੂਰ ਮੰਨਦੇ ਨੇ, ਲੇਕਿਨ ਉਹਦੇ ਵਿੱਚ ਉਸ ਫਰੇਮਵਰਕ ਦੇ ਵਿੱਚ ਇੱਦਾਂ ਦਾ ਕੀ ਹੈ ਕਰਨਾ ਚਾਹੁੰਦੇ ਡੋਨਲਡ ਟਰੰਪ, ਜਿਸ ਕਰਕੇ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਦੇ ਆਉਣ ਨਾਲ ਡੈਮੋਕ੍ਰੇਸੀ ਨੂੰ ਰਿਸਕ ਹੋ ਜਾਏਗਾ। ਇਸ ਗੱਲ ਦਾ ਜਵਾਬ ਉਹਨਾਂ ਨੂੰ ਆਪਣੀਆਂ ਪਾਲਿਸੀਜ਼ ਦੇ ਨਾਲ ਦੇਣਾ ਪੈਣਾ, ਤਾਂ ਜਾ ਕੇ ਲੋਕਾਂ ਦਾ ਵਿਸ਼ਵਾਸ ਬਣੇਗਾ ਕਿ ਜਿਹੜਾ ਉਹਨਾਂ ਦੇ ਪ੍ਰਤੀ ਇਹ ਨੈਰੇਟਿਵ ਕ੍ਰੀਏਟ ਕੀਤਾ ਗਿਆ ਹੈ ਜਾਂ ਉਹਨਾਂ ਦੀ ਪਿਕਚਰ ਨੂੰ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਲ ਵਿੱਚ ਇਹ ਚੀਜ਼ ਨਹੀਂ ਹੈਗੀ। ਤਾਂ ਫਿਰ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਇਹ ਚੀਜ਼ ਦਿਖਣੀ ਚਾਹੀਦੀ ਹੈ ਕਿ ਡੈਮੋਕ੍ਰੇਸੀ ਅੱਗੇ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ। ਔਰ ਡੈਮੋਕ੍ਰੇਸੀ ਉਦੋਂ ਹੀ ਮਜ਼ਬੂਤ ਹੁੰਦੀ ਹੈ ਜਦੋਂ ਲੋਕਾਂ ਦੇ ਦੁੱਖਾਂ ਦਾ ਨਿਵਾਰਨ ਹੋਣਾ ਸ਼ੁਰੂ ਹੋ ਜਾਵੇ। ਲੋਕਾਂ ਦੀਆਂ ਪ੍ਰੋਬਲਮਸ ਨੂੰ ਤੁਸੀਂ ਕਹਿੰਦੇ ਹੋ ਨਾ ਮੈਂ ਫਿਕਸ ਕਰ ਦੇਣਾ,
ਖਤਮ ਕਰ ਦੇਣਾ ਤਾਂ ਤੁਸੀਂ ਵਾਕਈ ਖਤਮ ਕਰਨਾ ਸ਼ੁਰੂ ਕਰ ਦਿਓ। ਠੀਕ ਹੈ, ਤਲੀ ਤੇ ਸਰੋਂ ਨਹੀਂ ਜੰਮਦੀ, ਟਾਈਮ ਲੱਗਦਾ ਹੈ ਨਾ। ਇਹ ਤਾਂ ਨਹੀਂ ਕਿ ਰਾਤੋਂ ਰਾਤੀ ਸਭ ਕੁਝ ਟਰਾਂਸਫਾਰਮ ਹੋ ਜਾਏਗਾ, ਇੱਦਾਂ ਵੀ ਨਹੀਂ ਹੈ, ਬਟ ਦਿਖਣਾ ਚਾਹੀਦਾ ਕਿਉਂਕਿ ਇਸ ਵਕਤ ਚੇਂਜਿਸ ਆਉਂਦੀਆਂ ਦਿਖਾਈ ਦੇ ਰਹੀਆਂ ਨੇ, ਇਹ ਪੋਜ਼ਿਟਿਵ ਵਾਈਬਸ ਦਿਖਾਈ ਦੇ ਰਹੀਆਂ ਨੇ ਔਰ ਇਹ ਇੱਦਾਂ ਅੱਗੇ ਵਧਣ, ਚੇਂਜਿਸ ਆਉਣ ਤਾਂ ਬਹੁਤ ਖੂਬਸੂਰਤ ਆ ਅਮਰੀਕਾ ਵਾਸਤੇ, ਅਮਰੀਕਨਸ ਵਾਸਤੇ ਔਰ ਪੂਰੀ ਦੁਨੀਆ ਵਾਸਤੇ। ਸੋ ਯੰਗ ਜੋ ਵੋਟਰਸ ਨੇ ਉਹ ਇਹ ਦੇਖਦੇ ਪਏ ਨੇ ਕਿ ਜੋ ਦੁਨੀਆ ਦੀ ਟੌਪ ਮੋਸਟ ਜੌਬ ਹੈ ਦ ਪ੍ਰੈਜ਼ੀਡੈਂਟ ਆਫ ਅਮਰੀਕਾ, ਉੱਥੋਂ ਕੀ ਸ਼ੁਰੂਆਤ ਨਵੀਂ ਹੋਣੀ ਹੈ ਜਿਹਦੇ ਵਿੱਚ ਉਹਨਾਂ ਦੇ ਆਉਣ ਵਾਲੇ ਜੀਵਨ ਦੀ ਭਲਾਈ ਲੁਕੀ ਹੋਈ ਹੈ। ਐਂਡ ਨਾਲ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਹ ਕੀ ਉਮੀਦ ਕਰਦਾ, ਕਿਉਂਕਿ ਇੱਕੋ ਇੱਕ ਸੰਸਥਾ ਹੈ ਜਿਹੜੀ ਸਾਰੀ ਗੱਲ ਕਰਦੀ ਹੈ ਇਨਸਾਨੀਅਤ ਦੀ, ਹਿਊਮਨ ਰਾਈਟਸ ਦੀ ਗੱਲ ਕਰਦੀ ਹੈ। ਆਫ ਕੋਰਸ ਹਰ ਕੰਟਰੀ ਦਾ ਕੌਨਸਟੀਟਿਊਸ਼ਨ ਕਰਦਾ ਹੈ, ਲੀਡਰਸ ਕਰਦੇ ਨੇ। ਇੱਕ ਸੰਸਥਾ ਦੇ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ UNO ਇਹ ਸਾਡੇ ਸਾਹਮਣੇ ਆਉਂਦੀ ਆ। ਸੋ UNO ਕਹਿੰਦੀ ਆ ਕਿ ਵਾਰ ਕ੍ਰਾਈਮਸ ਜਾਂ ਭੁੱਖਮਰੀ ਜਿਵੇਂ ਸੁਡਾਨ ਵਿੱਚ ਫੈਲ ਗਈ ਹੈ, ਗਾਜ਼ਾ ਵਾਰ, ਇਜ਼ਰਾਈਲ, ਲੈਬਨਾਨ, ਯੂਕਰੇਨ, ਤਮਾਮ ਗੱਲਾਂ ਹੁੰਦੀਆਂ ਪਈਆਂ ਨੇ। ਮਤਲਬ ਇਹ ਆ ਕਿ ਵਾਰ ਕ੍ਰਾਈਮ ਹੈ, ਇੱਕ ਵਾਰਸ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹਦੇ 'ਚ ਦੋਵੇਂ ਤਰ੍ਹਾਂ ਦਾ ਨੁਕਸਾਨ ਹੁੰਦਾ। ਜਿੱਤਣ ਵਾਲੇ ਵੀ ਹਾਰੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਬੰਦੇ ਮਰਦੇ ਨੇ, ਹਾਰਨ ਵਾਲੇ ਤਾਂ ਹਾਰੇ ਹੁੰਦੇ ਹੀ ਨੇ। ਸੋ ਕਿਸੇ ਦਾ ਵੀ ਭਲਾ ਨਹੀਂ ਹੁੰਦਾ ਇਹਦੇ ਵਿੱਚ। ਵਾਰਸ ਨਹੀਂ ਹੋਣੀਆਂ ਚਾਹੀਦੀਆਂ। ਵਾਰ ਫਰੀ ਸੁਸਾਇਟੀ, ਜਿਸ ਤਰ੍ਹਾਂ ਆਪਾਂ ਗੱਲ ਸ਼ੁਰੂਆਤ ਕੀਤੀ, ਕ੍ਰਾਈਮ ਫਰੀ ਸੁਸਾਇਟੀ। ਔਰ ਜੋ ਰਿਪੋਰਟਸ ਆਉਂਦੀਆਂ ਨੇ ਕ੍ਰਾਈਮ ਨੂੰ ਲੈ ਕੇ, ਵਾਰਸ ਨੂੰ ਲੈ ਕੇ, ਉਹ ਇਹ ਕਿਹਾ ਜਾਂਦਾ ਹੈ ਕਿ ਗਰਾਊਂਡ ਰਿਐਲਿਟੀ ਸਾਡੇ ਸਾਹਮਣੇ ਨਹੀਂ ਆਉਂਦੀ। ਪੋਚਾ ਮਾਰ ਕੇ ਨਾ, ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਪੋਚਾ ਮਾਰ ਕੇ ਸਾਨੂੰ ਦੱਸ ਦਿੱਤਾ ਜਾਂਦਾ ਨਹੀਂ ਨਹੀਂ ਜੀ ਐਦਾਂ ਨਹੀਂ ਜੀ, ਨਾ ਐਦਾਂ ਨਹੀਂ ਜੀ, ਤੁਹਾਨੂੰ ਗਲਤਫਹਿਮੀ ਹੋ ਗਈ ਜੀ। ਉਹ ਕਿਹੜੀ ਗਲਤਫਹਿਮੀ ਹੋ ਗਈ? ਇੱਕ ਸਾਹਮਣੇ ਡੈੱਡ ਬੋਡੀ ਪਈ ਹੈ, ਕੋਈ ਮਰਿਆ ਪਿਆ, ਤਾਂ ਉਹਦੇ 'ਚ ਗਲਤਫਹਿਮੀ ਕਿਹੜੀ ਹੈ? ਮਰਿਆ ਪਿਆ ਬੰਦਾ, ਹੁਣ ਕਿਸੇ ਨੇ ਤਾਂ ਮਾਰਿਆ ਹਾਂ, ਜਾਂ ਫਿਰ ਨੈਚੁਰਲ ਡੈਥ ਹੋਈ ਹੈ, ਪਰ ਉਹ ਸਰਕਮਸਟਾਂਸਿਸ ਦੱਸਦੇ ਪਏ ਨੇ ਜੋ ਉਹਦੀ ਬੋਡੀ ਦੀ ਹਾਲਾਤ ਨੇ ਕਿ ਉਹਨੂੰ ਮਾਰਿਆ ਗਿਆ ਹੈ, ਇਹ ਨੈਚੁਰਲ ਡੈਥ ਨਹੀਂ ਹੈ। ਸਿੱਧੀ ਸਾਦੀ ਗੱਲ ਹੈ। ਇਹਦੇ ਵਿੱਚ ਹੁਣ ਪੋਚਾ ਮਾਰ ਕੇ ਤੁਸੀਂ ਦੱਸੋਗੇ ਤਾਂ ਕੀ ਦੱਸੋਗੇ? ਲਾਈਕਵਾਈਜ਼ ਜੋ ਯੁੱਧ ਦੇ ਵਿੱਚ ਲੋਕ ਮਰਦੇ ਪਏ ਨੇ, ਦੈਟ ਇਜ਼ ਦ ਰਿਐਲਿਟੀ। ਹੁਣ ਉਹਦੇ 'ਚ ਗਰਾਊਂਡ ਰਿਐਲਿਟੀ ਨੂੰ ਤੁਸੀਂ ਪੋਚਾ ਮਾਰ ਕੇ ਦੇ ਦਿਓ, ਰਿਪੋਰਟਸ ਨੂੰ ਤੁਸੀਂ ਫੇਕ ਕਰ ਦਿਓ, ਮੈਨੀਪੂਲੇਟ ਕਰ ਦਿਓ, ਤਾਂ ਲੋਕੀ ਤਾਂ ਬੁੱਧੂ ਨਹੀਂ ਨਾ ਹੈਗੇ, ਉਹ ਤਾਂ ਸਮਝਦੇ ਪਏ ਨੇ ਕਿ ਤੁਸੀਂ ਕਰਦੇ ਕੀ ਪਏ ਹੋ। ਸੋ ਇਹ ਗੱਲ ਇਜ਼ਰਾਈਲ 'ਤੇ ਵੀ ਆਉਂਦੀ ਆ, ਇਹ ਗੱਲ ਬਾਕੀ ਧਿਰਾਂ 'ਤੇ ਵੀ ਆਉਂਦੀ ਹੈ ਜਿਹੜੇ ਸੱਚਾਈ ਨੂੰ ਛੁਪਾਉਣਾ ਚਾਹੁੰਦੇ ਨੇ, ਕਿਉਂਕਿ ਸੱਚਾਈ ਉਜਾਗਰ ਹੁੰਦੀ ਆ। ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਸੇ ਗੱਲ ਦੇ ਉੱਤੇ ਜ਼ੋਰ ਦਿੰਦਾ ਪਿਆ ਕਿ ਤੁਸੀਂ ਸੱਚਾਈ ਨੂੰ ਨਾ ਛੁਪਾਓ, ਲੋਕਾਂ ਨੂੰ ਪਤਾ ਲੱਗੇ, ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਹੋ ਕੀ ਰਿਹਾ ਗਾਜ਼ਾ ਦੇ ਵਿੱਚ, ਲੈਬਨਾਨ ਦੇ ਵਿੱਚ, ਇਜ਼ਰਾਈਲ, ਯੂਕਰੇਨ, ਰਸ਼ੀਆ, ਤਮਾਮ ਹੋਰ ਵੀ ਦੁਨੀਆ, ਸੁਡਾਨ, ਹੈ ਨਾ, ਕਿੱਥੇ ਕਿੱਥੇ ਕੀ ਹੋ ਰਿਹਾ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਔਰ ਪੂਰੀ ਦੁਨੀਆ ਦੇ ਲੋਕ ਇਸ ਤਰ੍ਹਾਂ ਦੇ ਹਾਲਾਤ ਵਾਸਤੇ ਕਿੱਦਾਂ ਤਿਆਰੀ ਕਰਨ। ਅਮਰੀਕਾ ਦੇ ਲੋਕ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਡੋਨਲਡ 2.0 ਵਾਸਤੇ ਕਿੱਦਾਂ ਤਿਆਰੀ ਕਰਨ, ਜ਼ਰੂਰੀ ਹੈ ਜਾਣਨਾ। ਜਦੋਂ ਤੱਕ ਫੈਕਟਸ ਸਾਹਮਣੇ ਨਹੀਂ ਆਉਣਗੇ ਤਿਆਰੀ ਕਿੱਦਾਂ ਹੋਏਗੀ? ਅੱਧੀ ਅਧੂਰੀ ਤਿਆਰੀ ਕੱਲ੍ਹ ਨੂੰ ਨੁਕਸਾਨ ਹੋ ਸਕਦਾ। ਇਸ ਕਰਕੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਸ ਦੇ ਉੱਤੇ ਜ਼ੋਰ ਦਿੰਦਾ ਹੈ ਤੇ ਨਾਲੇ ਵੀ ਗੱਲ ਕਰਦੇ ਨੇ ਕਿ ਜਿੰਨੀਆਂ ਵੀ ਮੌਤਾਂ ਹੋ ਰਹੀਆਂ ਨੇ, ਜਿੰਨੇ ਵੀ ਨੁਕਸਾਨ ਹੋ ਰਹੇ ਨੇ, ਉਹਦੇ ਵਿੱਚ 70% ਬੱਚੇ ਤੇ ਔਰਤਾਂ ਇਨਵੋਲਵ ਨੇ। 30% ਦੇ ਵਿੱਚ ਬਾਕੀ ਸਭ ਆਉਂਦੇ ਨੇ, ਪਰ 70% ਔਰਤਾਂ ਤੇ ਬੱਚਿਆਂ ਨਾਲ ਕ੍ਰਾਈਮ ਹੋ ਰਹੇ ਨੇ। ਹੁਣ ਇਹਨੂੰ ਤੁਸੀਂ ਕਿਸੇ ਵੀ ਹੱਦ ਤੱਕ ਲੈ ਕੇ ਜਾ ਸਕਦੇ ਹੋ। ਈਵਨ ਇਨਸਾਨਾਂ ਨੂੰ ਜੋ ਫੌਜਾਂ ਨੇ ਆਪਣੀ ਸ਼ੀਲਡ ਬਣਾ ਕੇ ਇਸਤੇਮਾਲ ਕਰਦੀਆਂ ਨੇ, ਆਮ ਜਨਤਾ, ਆਮ ਨਾਗਰਿਕਾਂ ਨੂੰ ਅੱਗੇ ਖੜੇ ਕਰਦੀਆਂ ਨੇ, ਪਿੱਛੋਂ ਆਪ ਲੜਦੀਆਂ ਨੇ ਤਾਂ ਕਿ ਮਰਨਗੇ ਤਾਂ ਨਾਗਰਿਕ ਮਰਨਗੇ, ਅਸੀਂ ਕਿਉਂ ਮਰੀਏ। ਇਹ ਸਟ੍ਰੈਟਜੀ ਆ। ਇਹਦੀਆਂ ਰਿਪੋਰਟਸ ਵੀ UNO ਨੇ ਦਿੱਤੀਆਂ ਨੇ। ਸੋ ਹੁਣ ਕੁੱਲ ਮਿਲਾ ਕੇ ਗੱਲ ਇੱਥੇ ਹੁੰਦੀ ਆ ਕਿ ਡੋਨਲਡ ਟਰੰਪ ਦੀ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈ ਉਹਦੀ ਪੋਲਿਸੀ ਕੀ ਹੋਏਗੀ, ਕਿਉਂਕਿ ਉਹਨਾਂ ਨੂੰ ਵੀ ਤਾਂ ਦਿਖਾਈ ਦੇ ਰਿਹਾ ਨਾ ਪੂਰੀ ਦੁਨੀਆ 'ਚ ਕੀ ਹੋ ਰਿਹਾ ਹੈ, ਔਰ ਆਪਣੀਆਂ ਸਟੇਟਮੈਂਟਸ ਵੀ ਦੇ ਰਹੇ ਨੇ। ਵੱਖ-ਵੱਖ ਦੇਸ਼ਾਂ ਦੀਆਂ ਜੋ ਲੜਾਈਆਂ ਨੇ ਜਾਂ ਵੱਖ-ਵੱਖ ਦੇਸ਼ਾਂ ਦੇ ਜੋ ਹਾਲਾਤ ਨੇ, ਜੋ ਇਕੋਨਮੀਜ਼ ਨੇ, ਤਮਾਮ ਤਰ੍ਹਾਂ ਦੇ ਜੋ ਹਾਲਾਤ ਚੱਲਦੇ ਪਏ ਨੇ, ਕਰੰਟ ਅਫੇਅਰਸ, ਉਹਨਾਂ ਉੱਤੇ ਡੋਨਲਡ ਟਰੰਪ ਆਪਣੀ ਰਿਐਕਸ਼ਨ ਦਿੰਦੇ ਨੇ ਔਰ ਆਫੀਸ਼ੀਅਲੀ ਦਿੰਦੇ ਨੇ। ਦੈਟ ਇਜ਼ ਵਾਈ ਉਹਨਾਂ ਦੀ ਨਵੀਂ ਪਾਲਿਸੀ ਕੀ ਹੋਏਗੀ ਇਸ ਨੂੰ ਦੇਖਿਆ ਜਾ ਰਿਹਾ ਹੈ। ਔਰ ਪੂਰੀ ਦੁਨੀਆ ਵਰਲਡ ਵਿਊ ਕੀ ਹੈ ਟਰੰਪ 2.0 ਦਾ, ਇਸ ਦੇ ਬਾਰੇ ਚਰਚਾ ਹੈ। ਨੰਬਰ 1 ਪੁਆਇੰਟ ਕਿ ਉਹ ਗਵਰਨ ਕਰਨਾ ਚਾਹੁੰਦੇ ਨੇ ਵਿਦਆਊਟ ਲਿਮਿਟਸ।
ਉਹਨਾਂ ਦੇ ਉੱਤੇ ਕੋਈ ਚੈੱਕ ਐਂਡ ਬੈਲੈਂਸ ਜਾਂ ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਾ ਹੋਵੇ, ਆਪਣੀ ਮਰਜ਼ੀ ਨਾਲ ਵਿਦਆਊਟ ਲਿਮਿਟਸ, ਕਿੱਥੇ ਤੱਕ ਵੀ ਰੇਂਜ ਹੈ ਮੇਰੀ, ਕੁਝ ਵੀ। ਇਸ ਤਰ੍ਹਾਂ ਉਹ ਚਲਾਉਣਾ ਚਾਹੁੰਦੇ ਨੇ ਅਮਰੀਕਾ ਨੂੰ, ਔਰ ਇਸ ਤਰ੍ਹਾਂ ਚੱਲਣਾ ਚਾਹੁੰਦੇ ਨੇ। ਇਹ ਵੀ ਗੱਲ ਆਉਂਦੀ ਹੈ, ਕਿਉਂਕਿ ਇਸ ਦੇ ਉੱਤੇ ਤਮਾਮ ਗੱਲਾਂ ਹੋਈਆਂ ਕਿ ਉਹ ਅਮਰੀਕਾ ਨੂੰ ਇੱਕ ਡਿਕਟੇਟਰਸ਼ਿਪ ਸਟੇਟ ਬਣਾ ਦੇਣਾ ਚਾਹੁੰਦੇ ਨੇ। ਜਿਸ ਦੇਸ਼ ਤੋਂ ਡੈਮੋਕ੍ਰੇਸੀ, ਮਾਡਰਨ ਡੈਮੋਕ੍ਰੇਸੀ ਦੀ ਸ਼ੁਰੂਆਤ ਹੁੰਦੀ ਆ, ਉਹ ਡਿਕਟੇਟਰਸ਼ਿਪ ਬਣ ਜਾਏ, ਇਹ ਬੜੀ ਅਜੀਬ ਜੀ ਗੱਲ ਲੱਗਦੀ ਆ। ਤਾਂ ਉਹ ਵਿਦਆਊਟ ਲਿਮਿਟਸ ਚੱਲਣਾ ਚਾਹੁੰਦੇ ਨੇ, ਕਿਉਂਕਿ ਜਿੱਥੇ ਸਾਰੀ ਮੈਜੋਰਿਟੀ ਉਹਨਾਂ ਕੋਲ ਹੈ ਤੇ ਉੱਥੇ ਪੂਰੇ ਸੈਨੇਟ ਉਹਨਾਂ ਕੋਲ ਹੈ, ਹਾਊਸਿਸ ਉਹਨਾਂ ਕੋਲ ਨੇ, ਹਰ ਪਾਸੇ ਟਰੰਪ ਹੀ ਟਰੰਪ, ਸਾਰੀ ਪਾਵਰ ਲੈ ਕੇ ਚਲੇ ਗਏ, ਕਲੀਨ ਸਵੀਪ, ਕੋਈ ਰੋਕਣ ਵਾਲਾ ਨਹੀਂ। ਸੋ ਇਹਨੂੰ ਕਿੱਦਾਂ ਇਸਤੇਮਾਲ ਕਰਨਗੇ? ਵਿਦਆਊਟ ਲਿਮਿਟਸ ਖੇਡਣਗੇ ਜਾਂ ਆਪਣੀ ਕੋਈ ਲਿਮਿਟ ਤੈਅ ਕਰਨਗੇ? ਇੱਕ ਪੁਆਇੰਟ ਉੱਠਦਾ ਪਿਆ। ਦੂਸਰਾ ਕਿ ਜਿਹੜਾ ਉਹ ਕਹਿੰਦੇ ਨੇ ਕਿ ਮੈਂ ਮਾਸ ਡਿਪੋਰਟੇਸ਼ਨਸ ਕਰਨੀਆਂ, ਮਤਲਬ ਕੱਢ ਦੇਣਾ ਇਲੀਗਲ ਪ੍ਰਵਾਸੀਆਂ ਨੂੰ ਅਮਰੀਕਾ ਦੀ ਧਰਤੀ ਤੋਂ, ਕਿਉਂਕਿ ਕੂੜਾਦਾਨ ਬਣਾ ਕੇ ਰੱਖ ਦਿੱਤਾ। ਪੂਰੀ ਦੁਨੀਆ ਦੇ ਵਿੱਚ ਸਾਡਾ ਇਹ ਨਾਂ ਹੋ ਗਿਆ ਕਿ ਇਹ ਉਹ ਕੰਟਰੀ ਹੈ ਜਿਹਦੇ ਉੱਤੇ ਬੇਗਾਨਿਆਂ ਨੇ ਆ ਕੇ ਕਬਜ਼ਾ ਕੀਤਾ ਹੋਇਆ। ਇਸ ਤਰ੍ਹਾਂ ਦੀ ਉਹਨਾਂ ਨੇ ਭਾਸ਼ਾ ਦਾ ਇਸਤੇਮਾਲ ਕੀਤਾ ਕੈਂਪੇਨਸ ਦੇ ਵਿੱਚ। ਔਰ ਕਿਆ ਉਹ ਇਸ ਚੀਜ਼ ਨੂੰ ਫੇਵਰ ਕਰਨਗੇ ਔਰ ਇਹਦੇ ਵਾਸਤੇ ਕੋਈ ਪਾਲਿਸੀ ਲੈ ਕੇ ਆਉਣਗੇ? ਔਰ ਜਿੱਦਾਂ ਗੱਲਬਾਤ ਚੱਲਦੀ ਹੈ ਕਿ ਇਹਦੇ ਵਿੱਚ ਫੋਰਸ ਦਾ ਇਸਤੇਮਾਲ ਵੀ ਕੀਤਾ ਜਾਏਗਾ, ਉਹ ਵੀ ਹੋਏਗਾ। ਇਹ ਚੀਜ਼ਾਂ ਪ੍ਰਵਾਸੀਆਂ ਦੇ ਮਨਾਂ ਦੇ ਵਿੱਚ ਵੀ ਚੱਲਦੀਆਂ ਪਈਆਂ ਨੇ ਔਰ ਪੂਰੀ ਦੁਨੀਆ ਦੇ ਮਨਾਂ ਦੇ ਵਿੱਚ ਵੀ ਚੱਲਦੀਆਂ ਪਈਆਂ ਨੇ ਕਿ ਜੇ ਇਹ ਹੁੰਦਾ ਤਾਂ ਇਹ ਹਿਊਮਨ ਹਿਸਟਰੀ ਦੇ ਵਿੱਚ, ਇਨਸਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਘਟਨਾ ਹੋਏਗੀ ਡਿਪੋਰਟੇਸ਼ਨ ਦੀ। ਕੱਢ ਕੇ ਬਾਹਰ ਮਾਰੋ ਮੁਲਕ ਤੋਂ ਇਲੀਗਲ ਪ੍ਰਵਾਸੀਆਂ ਨੂੰ, ਇਹ ਸਭ ਤੋਂ ਵੱਡੀ ਘਟਨਾ ਹੋਣ ਜਾ ਰਹੀ ਹੈ ਜੇ ਇਹ ਹੁੰਦਾ। ਸੈਕਿੰਡ, ਟੈਰਿਫਸ। ਜਿੱਦਾਂ ਦੇ ਇਹ ਟੈਕਸਿਸ ਲਗਾਉਣਾ ਚਾਹੁੰਦੇ ਨੇ ਇੰਪੋਰਟ ਐਕਸਪੋਰਟ ਦੇ ਉੱਤੇ, ਜੋ ਵੱਖ-ਵੱਖ ਕੰਟਰੀਜ਼ ਦੇ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਕਰਨਾ ਹੈ, ਤਾਂ ਉਸ ਦੇ ਨਾਲ ਇੱਕ ਟ੍ਰੇਡ ਵਾਰ ਸ਼ੁਰੂ ਹੋ ਸਕਦੀ ਆ। ਪੂਰੀ ਵਰਲਡ ਮਾਰਕੀਟ ਹਿੱਲ ਸਕਦੀ ਆ। ਕੋਈ ਕਿਓਸ, ਕੋਈ ਡਿਸਆਰਡਰ, ਕੋਈ ਭੰਬਲ ਭੂਸਾ ਕ੍ਰੀਏਟ ਹੋ ਸਕਦਾ। ਮਤਲਬ ਇਹ ਕਿੱਦਾਂ ਦੇ ਟੈਰਿਫਸ ਲਗਾਉਣਾ ਚਾਹੁੰਦੇ ਨੇ? ਇਹ ਕਹਿਣਾ ਕੀ ਚਾਹੁੰਦੇ ਨੇ? ਆਫ ਕੋਰਸ ਡਾਲਰ ਨੂੰ ਸਟੇਬਲ ਕਰਨਾ ਹੈ, ਆਫ ਕੋਰਸ ਪੋਲੀਟੀਕਲ ਸਟੇਬਿਲਿਟੀ ਚਾਹੀਦੀ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਚਾਹੀਦੀ ਹੈ, ਆਫ ਕੋਰਸ ਇਹ ਸਭ ਕੁਝ ਚਾਹੀਦਾ, ਪਰ ਇਹ ਪੂਰੀ ਵਰਲਡ ਮਾਰਕੀਟ ਨੂੰ ਚਾਹੀਦੀ ਹੈ, ਸਿਰਫ ਅਮਰੀਕਾ ਨੂੰ ਨਹੀਂ। ਜੇ ਅਸੀਂ ਕਹਾਂਗੇ ਅਮਰੀਕਾ ਫਰਸਟ, ਓਕੇ, ਸਿਰਫ ਅਮਰੀਕਾ ਨੂੰ ਇਹ ਸਟੇਬਿਲਿਟੀ ਚਾਹੀਦੀ ਆ ਤੇ ਬਾਕੀ ਦੁਨੀਆ ਨੂੰ ਨਹੀਂ ਚਾਹੀਦੀ, ਫਿਰ ਅਮਰੀਕਾ ਵਰਕ ਕਿਵੇਂ ਕਰੇਗਾ? ਕਿਉਂਕਿ ਉਹ ਤਾਂ ਬਿਲਕੁਲ ਇੱਦਾਂ ਹੋਏਗਾ ਨਾ ਕਿ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੋਇਆ, ਪੂਰੀ ਹਲਚਲ ਮੱਚੀ ਹੋਈ, ਤਾਂ ਤੁਸੀਂ ਆਪਣਾ ਸ਼ਿਪ ਲੈ ਕੇ ਨਿਕਲ ਪਏ ਹੋ, ਕੁਝ ਵੀ ਹੋ ਸਕਦਾ। ਇਕੱਲਾ ਸ਼ਿਪ ਕਿੱਦਾਂ ਲੈ ਕੇ ਜਾਓਗੇ? ਸਮੁੰਦਰ ਦੀਆਂ ਜਿਹੜੀਆਂ ਸਾਰੀਆਂ ਲਹਿਰਾਂ ਨੇ, ਜੋ ਮੌਸਮ ਹੈ, ਉਹਨੂੰ ਸ਼ਾਂਤ ਕਰਨਾ ਪਏਗਾ ਨਾ, ਤਾਂ ਹੀ ਤੁਸੀਂ ਸਮੂਥਲੀ ਉਹਦੇ 'ਚ ਸੇਲ ਕਰ ਸਕਦੇ ਹੋ ਆਪਣੀ ਬੋਟ, ਆਪਣੀ ਸ਼ਿਪ ਨੂੰ। ਸੋ ਐਕਚੁਅਲੀ ਦੇਖਿਆ ਜਾਵੇ ਕਿ ਦੁਨੀਆ ਦੇ ਸਾਰੇ ਲੋਕ ਇੱਕੋ ਹੀ ਕਿਸ਼ਤੀ 'ਚ ਸਵਾਰ ਨੇ, ਇੱਕੋ ਹੀ ਜਹਾਜ਼ ਵਿੱਚ ਸਵਾਰ ਨੇ। ਵੀ ਆਰ ਸੇਲਿੰਗ ਇਨ ਦੀ ਸੇਮ ਬੋਟ। ਇਸ ਨੂੰ ਆਪਾਂ ਕਹਿ ਸਕਦੇ ਹਾਂ ਪੋਲੀਟੀਕਲ ਸਟੇਬਿਲਿਟੀ, ਫਾਈਨੈਂਸ਼ੀਅਲ ਸਟੇਬਿਲਿਟੀ, ਕਿਉਂਕਿ ਰਹਿਣਾ ਤੇ ਇਸ ਦੁਨੀਆ ਦੇ ਵਿੱਚ ਹੀ ਹੈ ਨਾ। ਅਮਰੀਕਾ ਨੂੰ ਕਿਤੇ ਹੋਰ ਤਾਂ ਚੱਲਣ ਨਹੀਂ ਜਾਣਾ, ਧਰਤੀ ਦੇ ਉੱਤੇ ਹੀ ਅਮਰੀਕਾ ਹੈ, ਕਿਤੇ ਹੋਰ ਤਾਂ ਨਹੀਂ ਨਾ ਬਣ ਜਾਣਾ ਜਾ ਕੇ ਉਹਨੇ। ਤਾਂ ਫਿਰ ਜਦੋਂ ਧਰਤੀ 'ਤੇ ਸ਼ਾਂਤੀ ਨਹੀਂ ਹੈਗੀ ਤੇ ਅਮਰੀਕਾ ਕਿੱਦਾਂ ਸੇਫ ਰਹਿ ਸਕਦਾ ਹੈ? ਅਮਰੀਕਾ ਤਾਂ ਹੀ ਸੇਫ ਹੈ ਨਾ ਜੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੈ। ਇਕਨੋਮਿਕ ਸ਼ਾਂਤੀ ਦੀ ਮੈਂ ਗੱਲ ਕਰਦਾ ਪਿਆ ਇਸ ਵਕਤ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਟੈਰਿਫਸ ਤੁਸੀਂ ਕਿੱਦਾਂ ਲਗਾਓਗੇ ਕਿ ਵਰਲਡ ਮਾਰਕੀਟ ਦੇ ਵਿੱਚ ਖਲਬਲੀ ਨਾ ਮਚੇ, ਅਨਸਰਟਨਟੀ ਨਾ ਹੋਵੇ, ਇਨਵੈਸਟਰਸ ਕਿਤੇ ਭੱਜ ਨਾ ਜਾਣ, ਪੈਸਾ ਲਗਾਉਣ ਤੋਂ ਡਰਨ ਨਾ। ਮਤਲਬ ਜੇ ਉਹਨਾਂ ਨੂੰ ਰਿਸਕ ਹੋ ਜਾਵੇ ਕਿ ਕੋਈ ਸਟੇਬਿਲਿਟੀ ਨਹੀਂ ਹੈ, ਕਿਸੇ ਵੇਲੇ ਕੁਝ ਵੀ ਹੋ ਸਕਦਾ, ਦੈਨ ਵਾਟ? ਕੌਣ ਇੰਟਰਸਟ ਲਏਗਾ ਮਾਰਕੀਟ ਦੇ ਵਿੱਚ? ਤੇ ਜਦੋਂ ਮਾਰਕੀਟ ਦੇ ਵਿੱਚ ਇੰਟਰਸਟ ਨਹੀਂ ਹੈ ਤਾਂ ਫਿਰ ਇਕਨੋਮੀ ਨੂੰ ਕਿੱਦਾਂ ਬੂਸਟ ਅਪ ਕਰੋਗੇ? ਕਿਉਂਕਿ ਇਹ ਇੱਕ ਮੋਸਟ ਇੰਪੋਰਟੈਂਟ ਡਰਾਈਵਿੰਗ ਫੋਰਸ ਹੁੰਦੀ ਆ ਕਿਸੇ ਵੀ ਇਕਨੋਮੀ ਦੀ, ਮਾਰਕੀਟ। ਸੋ ਵਰਲਡ ਮਾਰਕੀਟ ਨੂੰ ਆਧਾਰ ਦੇਣਾ ਜ਼ਰੂਰੀ ਹੋਏਗਾ ਔਰ ਡਾਲਰ ਉਹਦੇ ਵਿੱਚ ਕੀ ਰੋਲ ਅਦਾ ਕਰੇਗਾ ਇਹ ਵੀ ਦੇਖਣਾ ਜ਼ਰੂਰੀ ਹੋਏਗਾ ਜਦੋਂ ਆਪਾਂ ਟੈਰਿਫਸ ਦੀ ਗੱਲ ਕਰਦੇ ਹਾਂ। ਨਾਓ ਨੈਕਸਟ, ਨਾਟੋ ਸਪੋਰਟ। ਨਾਟੋ ਕੰਟਰੀਜ਼ ਜਿਹੜੀਆਂ ਯੂਕਰੇਨ ਨੂੰ ਸਪੋਰਟ ਕਰਦੀਆਂ ਨੇ, ਰਸ਼ੀਆ ਦੇ ਨਾਲ ਜਿਹੜਾ ਯੁੱਧ ਚੱਲਦਾ ਪਿਆ, ਨਾਟੋ ਨੂੰ ਕਿੱਦਾਂ ਸਪੋਰਟ ਕਰਨਗੇ? ਇਹ ਡੋਨਲਡ ਟਰੰਪ ਕਈ ਵਾਰ ਕਹਿ ਚੁੱਕੇ ਨੇ ਨਾਟੋ ਤੋਂ ਬਾਹਰ ਆਉਣਾ ਹੈ ਜਾਂ ਨਾਟੋ ਨੂੰ ਕੰਟਰੋਲ ਕਰਨਾ ਹੈ ਜਾਂ ਨਾਟੋ ਦੇ ਪ੍ਰਤੀ ਰਵੱਈਆ ਕਿੱਦਾਂ ਦਾ ਹੋਣਾ ਚਾਹੀਦਾ ਯੂਨਾਈਟਿਡ ਸਟੇਟਸ ਦਾ। ਇਹ ਤਮਾਮ ਗੱਲਾਂ ਹੋਈਆਂ ਨੇ। ਹੁਣ ਨਾਟੋ ਨੂੰ ਲੈ ਕੇ ਡੋਨਲਡ ਟਰੰਪ ਕਿਹੜੀ ਪਾਲਿਸੀ ਪਾਸ ਕਰਨ ਲੱਗੇ ਨੇ ਜਾਂ ਕੀ ਡਿਸੀਜ਼ਨ ਲੈਣ ਲੱਗੇ ਨੇ, ਦੈਟ ਇਜ਼ ਮੋਸਟ ਇੰਪੋਰਟੈਂਟ, ਕਿਉਂਕਿ ਉਹਦੇ ਉੱਤੇ ਹੀ ਡਿਪੈਂਡ ਕਰੇਗਾ ਯੂਕਰੇਨ ਤੇ ਰਸ਼ੀਆ ਦੀ ਵਾਰ ਦਾ ਨਿਚੋੜ ਕੀ ਨਿਕਲਦਾ ਹੈ। ਔਰ ਜ਼ੈਲੈਂਸਕੀ ਘਬਰਾਏ ਹੋਏ ਨੇ। ਯੈਸ, ਘਬਰਾਉਣਾ ਜਾਇਜ਼ ਵੀ ਹੈ ਉਹਨਾਂ ਦਾ, ਕਿਉਂਕਿ 2 ਸਾਲ ਤੋਂ ਵੱਧ ਹੋ ਗਏ
ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸਿਰ ਦੇ ਉੱਤੇ, ਨਾਟੋਸ ਦੇ ਸਿਰ ਦੇ ਉੱਤੇ ਉਹ ਲੱਗੇ ਹੋਏ ਨੇ ਯੁੱਧ ਕਰਨ ਰਸ਼ੀਆ ਦੇ ਨਾਲ। ਪਰ ਇਸ ਵਕਤ ਡੋਨਲਡ ਟਰੰਪ ਦਾ ਇੱਕ ਡਿਸੀਜ਼ਨ ਨਾਟੋ ਨੂੰ ਸਪੋਰਟ ਦੇਣੀ ਹੈ ਕਿ ਨਹੀਂ ਦੇਣੀ, ਨਾਟੋ ਦੇ ਨਾਲ ਕਿੱਦਾਂ ਦੇ ਰਿਲੇਸ਼ਨਸ ਹੋਣੇ ਚਾਹੀਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ, ਪੂਰੀ ਗੇਮ ਚੇਂਜ ਹੋ ਜਾਣੀ ਹੈ। ਸਾਰਾ ਗੇਮ ਚੇਂਜਰ ਹੋ ਜਾਏਗਾ। ਜੇ ਕਿਤੇ ਸਪੋਰਟ ਬੰਦ ਹੋਈ ਤਾਂ ਪੁਤਿਨ ਜਿੱਤ ਜਾਣਗੇ, ਰਸ਼ੀਆ ਜਿੱਤ ਜਾਏਗਾ ਔਰ ਯੂਕਰੇਨ ਹਾਰ ਜਾਏਗਾ। ਔਰ ਜ਼ੈਲੈਂਸਕੀ ਤਾਂ ਇੱਥੇ ਤੱਕ ਸੱਟਾ ਖੇਡਦੇ ਪਏ ਨੇ, ਸੱਟਾ ਹੀ ਕਹਾਂਗੇ ਇਹਨੂੰ, ਕਿਉਂਕਿ ਡੋਨਲਡ ਟਰੰਪ ਉਹਨਾਂ ਨੂੰ ਸੇਲਸਮੈਨ ਕਹਿੰਦੇ ਨੇ। ਤਾਂ ਫਿਰ ਜੇ ਇਹ ਇੱਕ ਗੈਂਬਲ ਹੀ ਹੈ ਨਾ ਕਿ ਤੁਸੀਂ ਬਾਕੀ ਕੰਟਰੀਜ਼ ਨੂੰ ਕਹਿੰਦੇ ਹੋ ਕਿ ਤੁਸੀਂ ਸਾਡਾ ਸਾਥ ਦਿਓ ਔਰ ਜਦੋਂ ਅਸੀਂ ਯੁੱਧ ਜਿੱਤ ਜਾਵਾਂਗੇ ਤਾਂ ਜਿਹੜੇ ਯੂਕਰੇਨ ਦੇ ਨੈਚੁਰਲ ਰਿਸੋਰਸਿਸ ਨੇ, ਕੁਦਰਤ ਨੇ ਜੋ ਖਜ਼ਾਨੇ ਬਖਸ਼ੇ ਹੋਏ ਨੇ, ਉਹਦੇ ਵਿੱਚ ਤੁਹਾਡਾ ਵੀ ਸ਼ੇਅਰ ਹੋਏਗਾ। ਤੁਸੀਂ ਸ਼ੇਅਰ ਹੋਲਡਰ ਹੈਗੇ ਹੋ ਯੂਕਰੇਨ ਦੇ ਕੁਦਰਤੀ ਖਜ਼ਾਨਿਆਂ ਦੇ ਵਿੱਚ, ਇੱਥੋਂ ਤੱਕ ਲਾਲਚ ਦਿੰਦੇ ਪਏ ਨੇ। ਸੋ ਨੈਚੁਰਲੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਵੀ ਦੇਖੋ ਹੁਣ ਕੀ ਬਣਦਾ, ਡੋਨਲਡ ਟਰੰਪ ਕੀ ਕਰਨ ਵਾਲੇ ਨੇ। 2 ਮਹੀਨੇ ਦੀ ਗੇਮ ਹੈ, 2 ਮਹੀਨੇ ਵੀ ਨਹੀਂ ਰਹਿ ਗਏ ਪੂਰੇ, ਜਨਵਰੀ 'ਚ ਹੋ ਜਾਣਾ ਕੰਮ। ਸੋ ਇਹ ਚੀਜ਼ਾਂ ਨੇ। ਔਰ ਨਾਲ ਜਿਹੜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਅਲਾਇੰਸਿਸ ਨੇ ਜੋ ਭਾਈਵਾਲ ਨੇ ਪੂਰੀ ਦੁਨੀਆ ਦੇ ਵਿੱਚ, ਜਿੱਥੇ ਟ੍ਰੇਡ ਹੈ, ਜਿੱਦਾਂ ਵੀ ਵਪਾਰਿਕ ਸੌਦੇ ਨੇ ਜਾਂ ਜੋ ਵੀ ਰਿਲੇਸ਼ਨਸ ਨੇ, ਕਿਤੇ ਮਿਲਟਰੀ ਦੇ ਨੇ, ਹੈ ਨਾ, ਉੱਥੇ ਇਕੱਠੀਆਂ ਫੌਜਾਂ ਦੋਵੇਂ ਦੇਸ਼ਾਂ ਦੀਆਂ ਐਕਸਰਸਾਈਜ਼ਸ ਕਰਦੀਆਂ ਨੇ, ਇੱਕ ਦੂਜੇ ਤੋਂ ਸਿੱਖਦੀਆਂ ਨੇ, ਤਮਾਮ ਤਰ੍ਹਾਂ ਦੀਆਂ, ਕਿਤੇ ਐਜੂਕੇਸ਼ਨ ਹੈਗੀ ਆ, ਕਿਤੇ ਟ੍ਰੇਡ ਹੈਗਾ। ਮਤਲਬ ਇਹ ਸਾਰੇ ਜਿਹੜੇ ਫੋਰਨ ਪਾਲਿਸੀ ਦੇ ਅੰਡਰ ਆਉਂਦੇ ਨੇ, ਟ੍ਰੇਡ ਦੇ ਅੰਦਰ ਆਉਂਦੇ ਨੇ, ਜੋ ਰਿਲੇਸ਼ਨਸ ਬਣੇ ਹੋਏ ਨੇ। ਇਹਨਾਂ ਰਿਲੇਸ਼ਨਸ ਦੇ ਨਾਲ ਜਿਹੜੇ ਭਾਈਵਾਲ ਨੇ ਸਾਰੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਪਾਰਟਨਰਸ ਨੇ, ਉਹਨਾਂ ਦੇ ਨਾਲ ਕਿੱਦਾਂ ਦਾ ਅੱਗੇ ਚੱਲ ਕੇ ਵਤੀਰਾ ਹੋਣਾ, ਕਿੱਦਾਂ ਦਾ ਬਿਹੇਵੀਅਰ ਹੋਣਾ, ਉੱਥੇ ਕਿੱਦਾਂ ਦੀ ਪਾਲਿਸੀ ਆਏਗੀ। ਇੱਕ ਇਹ ਵੀ ਚੀਜ਼ ਆ ਕਿ ਆਲਰੇਡੀ ਜਿਹੜੇ ਰਿਲੇਸ਼ਨਸ ਮੇਨਟੇਨ ਕੀਤੇ ਹੋਏ ਨੇ US ਨੇ ਪੂਰੀ ਦੁਨੀਆ ਦੇ ਮੁਲਕਾਂ ਦੇ ਨਾਲ, ਉਹਨਾਂ ਨੂੰ ਕਿੱਦਾਂ ਡੋਨਲਡ ਟਰੰਪ ਮੇਨਟੇਨ ਕਰਦੇ ਨੇ, ਜਾਂ ਉਹਦੇ 'ਚ ਕੋਈ ਚੇਂਜ ਕਰਦੇ ਨੇ, ਜਾਂ ਉਹ ਕੋਈ ਨਵੀਂ ਪਾਲਿਸੀ ਆਉਂਦੀ ਹੈ, ਕੀ ਹੋਏਗਾ। ਇੱਕ ਇਹ ਵੀ ਚੀਜ਼ ਦੇਖਣ ਵਾਲੀ ਬਣੀ ਹੋਈ ਆ। ਨਾਓ ਯੂਰਪ ਨੂੰ ਇਸ ਵਕਤ ਡਿਫੈਂਸ ਦੀ ਵੀ ਲੋੜ ਆ ਅਤੇ ਫੰਡਿੰਗ ਦੀ ਵੀ ਲੋੜ ਹੈ, ਕਿਉਂਕਿ ਜੋ ਸਥਿਤੀ ਬਣੀ ਹੋਈ ਹੈ, ਮਤਲਬ ਉਹਨਾਂ ਨੂੰ ਰੱਖਿਆ ਦੀ ਵੀ ਲੋੜ ਹੈ। ਜੋ ਦੁਨੀਆ ਦੇ ਵਿੱਚ ਟੈਰਰਿਜ਼ਮ ਹੈ, ਇਲੀਗਲ ਵੈਪਨਸ ਨੇ, ਹੈ ਨਾ, ਰਿਸਕ ਬਣਿਆ ਹੋਇਆ ਹਰ ਪਾਸੇ, ਕਿਸੇ ਵੇਲੇ ਕਿਤੇ ਵੀ ਕੋਈ ਵੀ ਲੜਾਈ ਛਿੜ ਸਕਦੀ ਹੈ, ਕਿਸੇ ਵੇਲੇ ਕੋਈ ਵੀ ਮੁੜ ਕਿਤੇ ਉੱਤੇ ਕੋਈ ਵੀ ਅਟੈਕ ਮਾਰ ਸਕਦਾ ਹੈ। ਨਿਊਕਲੀਅਰ ਵੈਪਨਸ ਦੀ ਤਾਂ ਖਾਸ ਕਰਕੇ ਗੱਲ ਹੁੰਦੀ ਪਈ ਆ। ਮਤਲਬ ਇੱਕ ਅਜੀਬ ਜਿਹੀ ਸਥਿਤੀ ਹੈ ਪੂਰੀ ਦੁਨੀਆ ਦੇ ਵਿੱਚ, ਕਿੱਧਰ ਪਾਵਰ ਸ਼ਿਫਟ ਹੋ ਰਹੀ ਹੈ ਕੁਝ ਪਤਾ ਨਹੀਂ ਲੱਗ ਰਿਹਾ। ਤਾਂ ਐਸੀ ਸਥਿਤੀ ਦੇ ਵਿੱਚ ਯੂਰਪ ਨੂੰ ਵੀ ਆਪਣੀ ਡਿਫੈਂਸ ਦੀ ਵੀ ਲੋੜ ਹੈ ਔਰ ਉਹਦੇ ਵਾਸਤੇ ਫਾਈਨੈਂਸ਼ੀਅਲ ਸਟੇਬਿਲਿਟੀ ਵੀ ਚਾਹੀਦੀ ਆ, ਫੰਡਿੰਗ ਵੀ ਚਾਹੀਦੀ ਆ, ਕਿਉਂਕਿ ਬਿਨਾਂ ਪੈਸੇ ਤੋਂ ਤਾਂ ਕੁਝ ਵੀ ਨਹੀਂ ਹੋਣਾ। ਔਰ ਇਸ ਹਾਲਤ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿੱਦਾਂ ਜ਼ਿੰਮੇਵਾਰੀ ਚੁੱਕਦਾ ਹੈ, ਕੀ ਰਿਸਪੌਂਸਿਬਿਲਿਟੀ ਬਣਦੀ ਹੈ, ਕਿਉਂਕਿ ਇਸ ਦੁਨੀਆ ਨੂੰ ਚਲਾਉਣ ਵਾਲੇ 2 ਹੀ ਤਰ੍ਹਾਂ ਹੁੰਦੀਆਂ ਨੇ, ਜਾਂ ਟ੍ਰੇਡਰਸ ਹੁੰਦੇ ਨੇ ਜਾਂ ਇਨਵੇਡਰਸ ਹੁੰਦੇ ਨੇ, ਜਾਂ ਫੌਜੀ ਜਰਨੈਲ ਵੱਡੇ ਵੱਡੇ, ਅਤੇ ਜਾਂ ਫਿਰ ਵੱਡੇ ਵੱਡੇ ਬਿਜ਼ਨਸਮੈਨ, ਕਾਰਪੋਰੇਟ ਬਿਜ਼ਨਸ ਹਾਊਸਿਸ। ਇਹ 2 ਹੀ ਚੀਜ਼ਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਚੱਲਦੀ ਹੈ। ਪੈਸਾ ਕਿਹਦੇ ਕੋਲ ਵੱਧ ਹੈ, ਹਥਿਆਰ ਕਿਹਦੇ ਕੋਲ ਵੱਧ ਨੇ, ਇਹਦੇ ਉੱਤੇ ਹੀ ਸਾਰੀ ਗੇਮ ਟਿਕੀ ਹੋਈ ਆ। ਔਰ ਇੱਥੇ ਇਹ ਦੇਖਣਾ ਚਾਹੁੰਦੇ ਨੇ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਆਪਣੀ ਰਿਸਪੌਂਸਿਬਿਲਿਟੀ ਕਿਵੇਂ ਨਿਭਾਉਂਦਾ ਹੈ। ਔਰ ਚਾਈਨਾ ਦੀ ਗੱਲ ਦੇ ਦੇਖੀਏ ਤਾਂ ਚਾਈਨਾ ਨੇ ਨੈਚੁਰਲੀ ਉਹਨਾਂ ਨੂੰ ਵਧਾਈ ਤਾਂ ਦੇਣੀ ਹੋਈ ਸੀ, ਕਿਉਂਕਿ ਵਧਾਈਆਂ ਸਾਰੇ ਦੇਣ ਲੱਗੇ ਪਏ ਨੇ, ਅਤੇ ਚਾਈਨਾ ਵੀ ਦੇਵੇਗਾ। ਪਰ ਇੱਥੇ ਆ ਕੇ ਗੱਲ ਇਹ ਹੁੰਦੀ ਹੈ ਕਿ ਜਿਹੜੇ ਚਾਈਨਾ ਨਾਲ ਰਿਲੇਸ਼ਨਸ ਨੇ ਉਹ ਅੱਗੇ ਕਿੱਦਾਂ ਬੈਠਣਗੇ, ਕਿਉਂਕਿ ਚਾਈਨਾ ਇੱਕ ਸੁਪਰ ਪਾਵਰ ਬਣ ਕੇ ਉੱਭਰਦਾ ਪਿਆ, ਜੋ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਵਰਲਡ ਟ੍ਰੇਡ ਦੇ ਵਿੱਚ, ਵਰਲਡ ਮਾਰਕੀਟ ਦੇ ਵਿੱਚ ਟੱਕਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਹਾਲਾਂਕਿ ਉਹਦੇ ਉੱਤੇ ਬਹੁਤ ਸਾਰੇ ਬੈਨਸ, ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ, ਫਿਰ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਪਿਆ। ਸੋ ਚਾਈਨਾ ਦੇ ਨਾਲ ਕਿੱਦਾਂ ਫੈਕਟਰ ਬਣਨਗੇ, ਚਾਈਨਾ ਦੇ ਨਾਲ ਕੀ ਪਾਲਿਸੀ ਰਹੇਗੀ, ਇਸ ਨੂੰ ਵੀ ਦੇਖਿਆ ਜਾਏਗਾ। ਔਰ ਚਾਈਨਾ ਇਕੱਲਾ ਨਹੀਂ ਹੈ, ਉਹਨਾਂ ਨਾਲ ਰਸ਼ੀਆ ਵੀ ਹੈ, ਉਹਨਾਂ ਨਾਲ ਈਰਾਨ ਵੀ ਹੈ, ਉਹਨਾਂ ਨਾਲ ਨਾਰਥ ਕੋਰੀਆ ਵੀ ਹੈ, ਹੋਰ ਵੀ ਹੋਣਗੇ ਜਿਹੜੇ ਉੱਦਾਂ ਦੀ ਸੋਚ ਰੱਖਦੇ ਹੋਣਗੇ, ਜੋ ਨਾਲ ਆ ਕੇ ਜੁੜਨਗੇ। ਇੱਕ ਲੌਬੀ ਹੈ, ਪਾਵਰ ਸ਼ਿਫਟਿੰਗ ਕਿੱਦਾਂ ਹੋ ਰਹੀ ਹੈ, ਇਹਦੇ ਬਾਰੇ ਵੀ ਧਿਆਨ ਦਿੱਤਾ ਜਾਏਗਾ। ਔਰ ਜੋ ਇਹ ਜੰਗਾਂ ਚੱਲਦੀਆਂ ਪਈਆਂ ਨੇ ਯੂਕਰੇਨ ਅਤੇ ਇਜ਼ਰਾਈਲ ਦੀਆਂ, ਇਹਨੂੰ ਕਿੱਦਾਂ ਖਤਮ ਕਰਨਗੇ। ਜਿੱਦਾਂ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਸਾਰੀਆਂ ਪ੍ਰੋਬਲਮਸ ਫਿਕਸ ਕਰ ਦਾਂਗਾ, ਇਹ ਵਾਰਸ ਦੀਆਂ ਪ੍ਰੋਬਲਮ ਨੂੰ ਕਿੱਦਾਂ ਫਿਕਸ ਕਰਨਗੇ, ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਜ਼ਰਾਈਲ ਨੂੰ ਵੀ ਫੰਡ ਦੇਣਾ ਅਤੇ ਹੈਲਪ ਦੇਣੀ ਬੰਦ ਹੋ ਜਾਏਗੀ, ਅਤੇ ਯੂਕਰੇਨ ਨੂੰ ਵੀ ਹੈਲਪ ਦੇਣੀ ਔਰ ਫੰਡ ਦੇਣਾ ਬੰਦ ਹੋ ਜਾਏਗਾ, ਕਿਉਂਕਿ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ। ਔਰ ਜੋ ਗਾਜ਼ਾ ਦੇ ਵਿੱਚ, ਯੂਕਰੇਨ ਦੇ ਵਿੱਚ ਲੋਕਾਂ ਦਾ ਬੁਰਾ ਹਾਲ ਹੋਇਆ, ਡਿਸਪਲੇਸਮੈਂਟ, ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾ ਕੇ ਰਹਿੰਦੇ ਪਏ ਨੇ, ਔਰ ਮਤਲਬ ਖਿੰਡ ਗਈ ਪੂਰੀ ਜ਼ਿੰਦਗੀ, ਔਰ ਤਬਾਹੀ, ਉਸ ਨੂੰ ਕਿੱਦਾਂ ਸਮੇਟਣਾ, ਇਹਦੇ ਵਿੱਚ ਵੀ ਕੋਈ ਪਾਲਿਸੀ ਲੈ ਕੇ ਆਉਣਗੇ ਤਾਂ ਹੀ
ਦੁਨੀਆ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਤਾਂ ਹੀ ਇੱਕ ਪ੍ਰੋਬਲਮ ਨੂੰ ਜੋ ਫਿਕਸ ਕਰਨ ਦੀ ਗੱਲ ਹੈ ਉਹ ਹੋ ਸਕਦੀ ਹੈ। ਮਤਲਬ ਇਹ ਬਰਬਾਦੀ ਵਾਸਤੇ ਕਿਹੜੀ ਪਾਲਿਸੀ ਲੈ ਕੇ ਆਉਣਗੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲੋਂ ਡੋਨਲਡ ਟਰੰਪ, ਇਹ ਵੀ ਦੇਖਣ ਵਾਲੀ ਗੱਲ ਹੈ। ਜਾਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਕਰ ਲੈਣਗੇ ਕਿ ਮੈਂ ਕੀ ਲੈਣਾ ਦੇਣਾ ਹੈ, ਅਮਰੀਕਾ ਨੇ ਕੀ ਲੈਣਾ ਦੇਣਾ, ਜੋ ਹੋ ਗਿਆ ਸੋ ਹੋ ਗਿਆ, ਹੁਣ ਅਸੀਂ ਇੱਦਾਂ ਚੱਲਾਂਗੇ ਕਿ ਅਮਰੀਕਾ ਆਪਣਾ ਦੇਖੇਗਾ, ਕਿਸੇ ਹੋਰ ਦਾ ਨਹੀਂ ਦੇਖੇਗਾ। ਕਿਉਂਕਿ ਜੇ ਇੱਦਾਂ ਦੀ ਗੱਲ ਹੁੰਦੀ ਹੈ ਫਿਰ ਇਹ ਗੇਮ ਕਿਸੇ ਹੋਰ ਪਾਸੇ ਚਲੀ ਜਾਏਗੀ। ਕਿਉਂਕਿ UNO ਨੂੰ ਬੜੀ ਤਸੱਲੀ ਹੈ ਕਿ ਡੋਨਲਡ ਟਰੰਪ ਕੁਝ ਇੱਦਾਂ ਦੀਆਂ ਪਾਲਿਸੀਜ਼ ਲੈ ਕੇ ਆਉਣਗੀਆਂ ਜੋ ਵਰਲਡ ਪ੍ਰੋਬਲਮ ਨੂੰ ਸੋਲਵ ਕਰਨਗੇ। ਕਲਾਈਮੇਟ ਚੇਂਜ ਦੀ ਗੱਲ ਹਮੇਸ਼ਾ ਕਰਦੇ ਨੇ, ਹੈ ਨਾ, ਪਾਵਰਟੀ ਦੀ ਗੱਲ ਹਮੇਸ਼ਾ ਕਰਦੇ ਨੇ, ਐਨਵਾਇਰਨਮੈਂਟ ਦੀ ਗੱਲ ਹਮੇਸ਼ਾ ਕਰਦੇ ਨੇ। ਔਰ ਦੁਨੀਆ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਨਹੀਂ ਹੈਗੀਆਂ, ਸਾਰੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਫਿਕਸ ਕਿਵੇਂ ਕਰਨਾ, ਉਹ ਸਾਰੀ ਗੱਲ ਹੁੰਦੀ ਹੈ। ਤਾਂ ਫਿਰ ਜੇ ਡੋਨਲਡ ਟਰੰਪ ਇੱਦਾਂ ਦੀ ਪਾਲਿਸੀ ਲੈ ਕੇ ਆਉਂਦੇ ਨੇ ਕਿ ਆਪਣੇ ਆਪ ਨੂੰ ਇਕੱਲਾ ਹੀ ਲੈ ਲੈਣਾ, ਕਿਸੇ ਦੀ ਪਰਵਾਹ ਹੀ ਨਹੀਂ ਕਰਨੀ, ਤਾਂ ਫਿਰ ਇੱਕ ਅਲੱਗ ਗੇਮ ਬਣੇਗੀ, ਫਿਰ ਅਲੱਗ ਪਾਵਰ ਸ਼ਿਫਟ ਹੋਏਗੀ। ਉਹ ਕਿਹੜਾ ਨਵਾਂ ਰੂਪ ਹੋਏਗਾ? ਯੂਨਾਈਟਿਡ ਨੇਸ਼ਨਸ ਇਹ ਵੀ ਦੇਖ ਰਿਹਾ ਹੈ। ਪੂਰਾ ਦੁਨੀਆ ਦਾ ਜੋ ਇੰਟਲੈਕਚੁਅਲ ਜਾਂ ਤੁਸੀਂ ਕਹਿ ਦਿਓ ਵਰਲਡ ਲੀਡਰਸ ਦਾ ਜੋ ਪੂਰਾ ਕਮਿਊਨਿਟੀ ਆ, ਉਹੀ ਚੀਜ਼ ਦੇਖਦੀ ਪਈ ਆ। ਸੋ ਬੜਾ ਇਹ ਮਤਲਬ ਸਸਪੈਂਸ ਵਾਲਾ ਫੇਜ਼ ਆ ਜਿਹਦੇ 'ਚ ਕੁਝ ਵੀ ਹੋ ਸਕਦਾ। ਡੋਨਲਡ ਟਰੰਪ ਦਾ 2.0 ਸੈਕਿੰਡ ਅਰਾਈਵਲ। ਸੋ ਇਹ ਸਾਰੀਆਂ ਪਾਲਿਸੀਜ਼, ਇਹ ਸਾਰੀਆਂ ਗੱਲਾਂ ਬਾਤਾਂ ਨੇ। ਔਰ ਇਸ ਵਕਤ ਵਾਕਈ ਹੀ ਦੁਨੀਆ ਇਸ ਡਿਸੀਜ਼ਨ ਦੇ ਉੱਤੇ ਟਿਕੀ ਹੋਈ ਆ, ਔਰ ਇਹਦੇ ਉੱਤੇ ਹੀ ਟਿਕਿਆ ਹੋਇਆ ਪੂਰੀ ਦੁਨੀਆ ਦਾ ਜੀਓਪੋਲਿਟਿਕਸ ਔਰ ਪੂਰੀ ਦੁਨੀਆ ਦੀ ਜੀਓ ਇਕਨੋਮਿਕਸ। ਲੈਟ ਅਸ ਸੀ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਨੇ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।